ਸਤਿ ਸ਼੍ਰੀ ਅਕਾਲ। ABP ਸਾਂਝਾ ਤੇ ਪ੍ਰੋਗਰਾਮ ਕੈਨੇਡਾ ਕਨੈਕਸ਼ਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਭਾਰਤੀ। ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੈਂਕੂਵਰ ਦੇ ਮੇਅਰ ਦਰਮਿਆਨ ਹੋਈ ਮੀਟਿੰਗ। ਹਾਊਸਿੰਗ ਅਤੇ ਡਰੱਗਸ ਦੇ ਮੁੱਦੇ ਤੇ ਹੋਈ ਚਰਚਾ। ਹਫ਼ਤੇ ਦੀ ਸ਼ੁਰੂਆਤ ਵਿੱਚ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਕ੍ਰਿਸਟੀਆ ਫਰੀਲੈਂਡ ਦਾ ਆਇਆ ਬਿਆਨ। ਕਿਹਾ ਕੈਨੇਡੀਅਨਸ ਦੀ ਰਿਹਾਈ ਦਾ ਮੁੱਦਾ ਕਿਊਬਾ ਅੱਗੇ ਚੁੱਕਿਆ। ਫੀਫਾ ਵਰਲਡ ਕੱਪ ਦੀ ਓਪਨਿੰਗ ਗੇਮ ਵਿੱਚ ਕੈਨੇਡਾ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ। ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਕਟਾਉਣ ਦਾ ਪਹਿਲਾ ਮੌਕਾ ਖੁੰਝਿਆ। ਬ੍ਰੈਂਪਟਨ ਵੈਸਟ ਤੋਂ ਉਮੀਦਵਾਰ ਮੁਰਾਰੀ ਲਾਲ ਥਪਲਿਆਲ ਦੇ ਚੋਣ ਦਫ਼ਤਰ ਦਾ ਉਦਘਾਟਨ। ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਹਨ ਥਪਲਿਆਲ। ਕੰਜ਼ਰਵੇਟਿਵ ਪਾਰਟੀ ਦੇ MP ਅਮਰਜੋਤ ਸੰਧੂ ਵੱਲੋਂ ਆਪਣੇ ਪਹਿਲੇ ਬਾਰਬੀਕਿਊ ਦਾ ਆਯੋਜਨ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਹੇ ਹਾਜ਼ਰ। ਅਤੇ ਉਹਨਾਂ ਸਰਗਰਮੀਆਂ ਨੂੰ ਵੇਖ ਲੈਂਦੇ ਹਾਂ ਵਿਸਥਾਰ ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਮੇਅਰ ਦੇ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਦੋਵਾਂ ਨੇਤਾਵਾਂ ਵੱਲੋਂ ਹਾਊਸਿੰਗ ਅਤੇ ਡਰੱਗਸ ਵਰਗੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਦੋਵਾਂ ਲੀਡਰਾਂ ਵੱਲੋਂ ਹਾਊਸਿੰਗ ਅਤੇ ਸਥਾਨਕ ਸਬਵੇ ਲਾਈਨ ਦੇ ਵਿਸਥਾਰ ਬਾਰੇ ਗੱਲਬਾਤ ਕੀਤੀ ਗਈ, ਜਿੱਥੇ ਮੇਅਰ ਵੱਲੋਂ ਪਿਛਲੇ ਮਹੀਨੇ ਹਾਊਸਿੰਗ ਸਮੱਸਿਆ ਦੇ ਹੱਲ ਲਈ ਫੈਡਰਲ ਸਰਕਾਰ ਵੱਲੋਂ ਐਲਾਨੀ $184 ਮਿਲੀਅਨ ਦੀ ਇਨਵੈਸਟਮੈਂਟ ਦਾ ਜ਼ਿਕਰ ਵੀ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਉਹਨਾਂ ਆਖਿਆ ਕਿ ਡਰੱਗ ਓਵਰਡੋਜ਼ ਦੀ ਸਮੱਸਿਆ ਦੇ ਹੱਲ ਲਈ ਫੈਡਰਲ ਸਰਕਾਰ ਸਹਾਇਤਾ ਕਰ ਰਹੀ ਹੈ। Just wanted to thank the Prime Minister for all his work on the housing crisis here, including a record $184 million investment announced earlier this month, as well as his government's work on the overdose crisis. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਡਰੱਗ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਸਹੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਨੇ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਬਿਹਤਰ ਬਣਾਉਣ ਦੇ ਲਈ ਬਹੁਤ ਇਨਵੈਸਟਮੈਂਟ ਕੀਤੀ ਗਈ ਹੈ। We have made significant investments in a broad array of things, whether it's frontline responders support, whether it's changes on pharmaceutical regulations and support for doctors and hospitals, whether it's challenges at the border, whether it's working on harm reduction and safe consumption sites, whether it's working with international partners. There's a huge range of things we've done, but again, we recognize there's more to do, and that's why we're pledging to continue to work hard together on that. And finally, on transit, well, 4 years ago we were a government that made a different choice than our opponents. We chose to invest, and that's what we've done over the past 4 years. And the record investments in transit and in infrastructure right across the city, right across the province, right across the country is an example of a country that is confident in its own future and willing to invest in that future. So I'm very excited about the extension of the Millennium Line that we're going to keep talking about, very excited about the initiatives we've put forward. The federal government will always be a partner there to invest in the future of Vancouver, in the future of BC. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਂਕੂਵਰ ਦੇ ਵਿਕਾਸ ਲਈ ਅਤੇ तमाम ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਹਫ਼ਤੇ ਦੀ ਸ਼ੁਰੂਆਤ ਵਿੱਚ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਕ੍ਰਿਸਟੀਆ ਫਰੀਲੈਂਡ ਵੱਲੋਂ ਮੀਡੀਆ ਦੇ ਮੁਖਾਤਬ ਹੁੰਦਿਆਂ ਆਖਿਆ ਗਿਆ ਕਿ ਕੈਦੀ ਬਣਾਏ ਕੈਨੇਡੀਅਨਸ ਦਾ ਮੁੱਦਾ ਆਪਣੇ ਹਮਰੁਤਬਾ ਅੱਗੇ ਉਹਨਾਂ ਨੇ ਚੁੱਕਿਆ ਹੈ। ਦੁਨੀਆ ਦੇ ਕਈ ਮੁਲਕਾਂ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਇਹ ਮਾਮਲਾ ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਵੀ ਵਿਰੋਧੀ ਪਾਰਟੀਆਂ ਵੱਲੋਂ ਚੁੱਕਿਆ ਜਾ ਰਿਹਾ ਹੈ। ਕਈ ਸਿਆਸਤਦਾਨਾਂ ਵੱਲੋਂ ਦੋਸ਼ ਵੀ ਲਗਾਏ ਗਏ ਨੇ ਕਿ ਫੈਡਰਲ ਸਰਕਾਰ ਅਤੇ ਵਿਦੇਸ਼ ਵਿਭਾਗ ਇਸ ਮਾਮਲੇ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਹਨਾਂ तमाम ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਗਿਆ। ਫਰੀਲੈਂਡ ਨੇ ਆਖਿਆ ਕਿ ਕਿਊਬਾ ਦੇ ਵਿਦੇਸ਼ ਮੰਤਰੀ ਦੇ ਨਾਲ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੋਈ ਮੁਲਾਕਾਤ ਦੌਰਾਨ ਨਜ਼ਰਬੰਦ ਕੀਤੇ ਕੈਨੇਡੀਅਨ ਬੈਂਜਾਮਿਨ ਟੌਮਲਿਨ ਦਾ ਮੁੱਦਾ ਉਹਨਾਂ ਦੁਆਰਾ ਚੁੱਕਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਕੈਨੇਡੀਅਨ ਨਜ਼ਰਬੰਦ ਕੀਤੇ ਹੋਏ ਹਨ, ਜਿਨ੍ਹਾਂ ਦੀ ਰਿਹਾਈ ਦੇ ਲਈ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ। Very big part of my work, of the work of my political office, of the work of our diplomats around the world is providing consular support to detained Canadians around the world. Now, Canadians are detained for different reasons. Some Canadians are arbitrarily detained, as we discussed earlier. Some Canadians are political prisoners. Some Canadians find that they are accused of criminal acts. We always provide consular support. It's an important part of the work that we do, and it is, something that I consider to be a central part of my job.
Just yesterday, I met with one family in an issue nothing to do with Cuba, but a different consular issue. I have meetings really very, very often. And sadly, it is the consular issues, the issues of detained Canadians, are an issue which I and the Prime Minister, colleagues across cabinet, which we raise in almost every meeting that we have with another country. ਕਿਊਬਾ ਸਮੇਤ ਚੀਨ ਅਤੇ ਸਾਊਦੀ ਅਰਬ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਕੈਦ ਕਰਨ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਹਨਾਂ ਦੀ ਰਿਹਾਈ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ ਤਾਂ ਕਰ ਰਹੀ ਹੈ, ਪਰ ਕਾਮਯਾਬੀ ਕਦੋਂ ਮਿਲੇਗੀ ਸਭ ਨੂੰ ਇਸੇ ਦਾ ਇੰਤਜ਼ਾਰ ਹੈ। ਫੀਬਾ ਵਰਲਡ ਕੱਪ ਦੀ ਓਪਨਿੰਗ ਗੇਮ ਵਿੱਚ ਕੈਨੇਡਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਮੰਗਲਵਾਰ ਦਾ ਮੁਕਾਬਲਾ ਹਾਰਨ ਤੋਂ ਬਾਅਦ ਕੈਨੇਡਾ ਨੇ ਟੋਕੀਓ 올림픽 ਦੀ ਸਿੱਧੀ ਟਿਕਟ ਕਟਾਉਣ ਦਾ ਪਹਿਲਾ ਮੌਕਾ ਗੁਆ ਲਿਆ ਹੈ। ਫੀਬਾ ਵਰਲਡ ਕੱਪ ਦੀ ਓਪਨਿੰਗ ਗੇਮ ਕੈਨੇਡਾ ਨੇ ਚੌਥੇ ਕੁਆਟਰ ਵਿੱਚ ਆਸਟ੍ਰੇਲੀਆ ਨੂੰ ਗੁਆ ਦਿੱਤੀ, ਜਿਸ ਤੋਂ ਬਾਅਦ ਮੰਗਲਵਾਰ ਦਾ ਮੁਕਾਬਲਾ ਕੈਨੇਡਾ ਅਤੇ ਲਿਥੁਆਨੀਆ ਵਿਚਕਾਰ ਹੋਇਆ, ਜੋ ਕਿ 92-69 ਦੇ ਨਾਲ ਕੈਨੇਡਾ ਹਾਰ ਗਿਆ। ਜ਼ਿਕਰੇ ਖਾਸ ਹੈ ਕਿ ਬਾਸਕਟਬਾਲ ਦੇ ਇਹ ਮੁਕਾਬਲੇ 2020 ਟੋਕੀਓ 올림픽ਸ ਦੇ ਲਈ ਕੁਆਲੀਫਾਇਰ ਹਨ। ਆਸਟ੍ਰੇਲੀਆ ਸਾਹਮਣੇ ਹਾਰ ਤੋਂ ਬਾਅਦ ਕੈਨੇਡਾ ਦੀ ਟੀਮ ਨੇ ਅਗਲੇ ਮੈਚ ਤੋਂ ਉਮੀਦ ਜ਼ਾਹਿਰ ਕੀਤੀ ਸੀ ਅਤੇ ਆਪਣੇ 2 NBA ਸਟਾਰਸ ਨੂੰ ਵੀ ਯਾਦ ਕੀਤਾ। We knew we were going to have to play extraordinary basketball to get out of this group. And we had some extraordinary moments tonight. We just got to stretch them out a little bit and go from there. Just got to take it one game at a time. We got another pretty strong opponent next game in Lithuania. We just got to prepare for them. This game is done. Got to flush it and go on. Fatigue wasn't a factor at all. It was just execution. In the fourth quarter, they kind of figured out our defense, and they hit those corner threes and those soft threes. Dellavedova and the other guys, so they kind of executed on that and they took advantage of it. ਬਾਸਕਟਬਾਲ ਦੇ ਇਹਨਾਂ ਮੈਚਾਂ ਵਿੱਚ ਅੱਗੇ ਰਹਿਣ ਵਾਲੀ 2 ਟੀਮਾਂ ਨੂੰ 2020 ਟੋਕੀਓ 올림픽ਸ ਦੇ ਵਿੱਚ ਸਿੱਧੇ ਹੀ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਅਤੇ ਇਹ 2 ਮੈਚ ਹਾਰਨ ਤੋਂ ਬਾਅਦ ਕੈਨੇਡਾ ਨੇ ਇਹ ਪਹਿਲਾ ਮੌਕਾ ਗੁਆ ਦਿੱਤਾ ਹੈ। ਰੁਕਣਾ ਪਏਗਾ ਸਾਨੂੰ ਇੱਥੇ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ब्रेक तो बाद सारे दर्शकों का एक बार मुड़ तो स्वागत है। कंजरवेटिव पार्टी वालों ब्रैम्पटन वैस्ट तो उम्मीदवार मुरारी लाल थपलियाल वालों अपने चोण दफ्तर का उद्घाटन किया गया, जिथे उन्होंने राइडिंग के वोटरों को की अपील की। आओ जानते हैं। फैडरल चोणां विच बहुत घट समा रह गया है ते सारियां ही सियासी पार्टियां दे उम्मीदवारां वालों अपने चोण दफ्तरां दा उद्घाटन करके अधिकारत तौर ते चोण मुहिम दी शुरुआत की जा रही है। ब्रैम्पटन वैस्ट तो कंजरवेटिव पार्टी के कैंडीडेट मुरारी लाल थपलियाल वालों अपने इलैक्शन ऑफिस की ओपनिंग सैकड़े समर्थकों की हाजिरी विच की गई, जिन्हां वोटरां नूं प्रवासी के माध्यम राही वोट लई अपील की। 51 दिन बाकी। इन 51 दिन में रोज डोर नॉकिंग, कन्वर्टिंग और फाइनली मेजोरिटी के साथ 21 अक्टूबर 2019 को निश्चित रूप से पार्लियामेंट जाएंगे। कंजरवेटिव पार्टी के बाकी राइडिंग्स के उम्मीदवार भी इस ऑफिस ओपनिंग मौके पहुंचे हुए सन, जिन्हां लिबरल सरकार दी नीतियां नूं देश लई घातक दस्सिया ते दावा किया कि लोकां दा भरपूर समर्थन इस बार कंजरवेटिव पार्टी नूं मिल रहा है। ਅੱਜ ਮੁਰਾਰੀ ਲਾਲ ਥਾਪਲੀਆਲ ਸਾਡੇ ਕੰਜ਼ਰਵੇਟਿਵ ਪਾਰਟੀ ਦੇ ਬ੍ਰੈਂਪਟਨ ਵੈਸਟ ਦੇ ਉਮੀਦਵਾਰ ਆ। ਅੱਜ ਉਹਨਾਂ ਦੀ ਆਫਿਸ ਓਪਨਿੰਗ ਹੋਈ ਆ। ਆਪਾਂ ਦੇਖਦੇ ਕਾਫੀ ਉਹਨਾਂ ਨੂੰ ਕਮਿਊਨਿਟੀ ਸਪੋਰਟ ਮਿਲਦਾ ਪਿਆ ਵਾ। ਓਨਲੀ 51 ਡੇਜ਼ ਲੈਫਟ ਆਪਣੀ ਇਲੈਕਸ਼ਨ ਤੱਕ। ਸੋ ਆਪਾਂ ਦੇਖਦੇ ਪਏ ਆ ਕਿ ਸਾਰੀ ਕੈਂਪੇਨ ਤਿਆਰ ਹੋ ਰਹੀ ਆ। ਆਪਣੇ ਪਿਛਲੇ 4 ਸਾਲ ਆਪਾਂ ਦੇਖਿਆ ਸੀਗਾ ਕਿ ਟਰੂਡੋ ਸਰਕਾਰ ਨੇ ਕਾਫੀ ਆਪਣੀ ਕੰਟਰੀ 'ਚ ਡੈਮੇਜ ਹੋਇਆ ਵਾ। ਇਮੀਗ੍ਰੇਸ਼ਨ ਦੇਖ ਲਓ, ਮੈਰੀਜੁਆਨਾ ਲੀਗਲਾਈਜੇਸ਼ਨ ਦੇਖ ਲਓ, ਕਾਫੀ ਇਸ਼ੂ ਆਏ ਇੱਦਾਂ ਦੇ ਤੇ ਬ੍ਰੈਂਪਟਨ ਕਾਫੀ ਪਿੱਛੇ ਰਹਿ ਰਿਹਾ ਵਾ। ਸੋ ਸਾਡੀ ਉਮੀਦ अपनी आई बेनती है अपने व्यूअर्स देखते पे कि आप वोट जाके जरूर पानी आ। I think it's amazing to be here in Brampton West celebrating the office opening of Mr. Thapilal and it's great turnout with families here to celebrate the conservative cause with 51 days to go for the election. ਮੁਰਾਰੀ ਲਾਲ ਥਪਲਿਆਲ ਦੇ ਸਮਰਥਨ ਦੇ ਲਈ ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚੋਂ ਪਾਰਟੀ ਆਗੂ ਅਤੇ ਸਮਰਥਕ ਪਹੁੰਚੇ ਹੋਏ ਸਨ, ਜਿਨ੍ਹਾਂ ਆਸ ਜਤਾਈ ਕਿ ਬ੍ਰੈਂਪਟਨ ਵੈਸਟ ਦੇ ਵੋਟਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ ਵੋਟ ਦੇਣਗੇ। Well, I think it's wonderful to see the enthusiasm here today in Brampton West for the Thaplial campaign. Murari Lal is a great candidate. He's a businessman.
He knows the value of a hard-earned tax dollar. So he has a very good team. I'm sure they'll get him through the finish line, and I'm here to support him to endorse his candidature to be the next MP for Brampton West. ਖੈਰ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪਣੀ ਚੋਣ ਮੁਹਿੰਮ ਭਖਾ ਕੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜਿੱਤ ਕਿਸ ਨੂੰ ਨਸੀਬ ਹੋਵੇਗੀ ਇਹ ਫੈਡਰਲ ਚੋਣਾਂ ਦੇ ਨਤੀਜੇ ਤੈਅ ਕਰਨਗੇ। ਫਿਲਹਾਲ ਸਭ ਨੂੰ 21 ਅਕਤੂਬਰ ਦਾ ਇੰਤਜ਼ਾਰ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮਪੀਪੀ ਅਮਰਜੋਤ ਸੰਧੂ ਵੱਲੋਂ ਆਪਣੇ ਪਹਿਲੇ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਐਮਪੀਪੀਜ਼ ਅਤੇ ਐਮਪੀਜ਼ ਵੱਲੋਂ ਕਮਿਊਨਿਟੀ ਦੇ ਨਾਲ ਗੈਟ ਟੂਗੇਦਰ ਕਰਨ ਦੇ ਲਈ ਸਿੱਧਾ ਰਾਬਤਾ ਬਣਾਉਣ ਲਈ ਬਾਰਬੀਕਿਊ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਬ੍ਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਵੱਲੋਂ ਵੀ ਆਪਣੇ ਪਹਿਲੇ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਈਡਿੰਗ ਦੇ ਲੋਕਾਂ ਦੇ ਨਾਲ-ਨਾਲ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਸੰਧੂ ਦੀ ਸ਼ਲਾਘਾ ਕੀਤੀ ਤੇ ਬਾਰਬੀਕਿਊ ਲਈ ਵਧਾਈਆਂ ਦਿੱਤੀਆਂ। Well, we're here with Amarjot Sandhu, one of the best MPPs we have in the province, doing a great job for the people of Brampton. And I just appreciate all the work. He's always voicing the opinion for the Brampton residents and making sure they're always heard. Congratulate, of course, MPP Amarjot for the popularity of the number of people showed up today. Shows how much good work he's doing in his riding. So congratulations. Thank you. ਬਾਰਬੀਕਿਊ ਵਿੱਚ ਪਹੁੰਚੇ ਹੋਏ ਹਰ ਹਾਜ਼ਰੀਨ ਨੇ ਆਪਣੇ ਨੁਮਾਇੰਦੇ ਦੇ ਨਾਲ ਸਿੱਧੀ ਗੱਲ ਕਰਨ ਲਈ ਇਸ ਉਪਰਾਲੇ ਨੂੰ ਸਭ ਤੋਂ ਕਾਰਗਰ ਦੱਸਿਆ ਤੇ ਅਮਰਜੋਤ ਸੰਧੂ ਦੀ 1 ਸਾਲ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਅਵੇਅਰ ਕੀਤਾ ਗਿਆ। We are presenting education about opioids, ਨਸ਼ੇ ਦੀ ਚੀਜ਼ਾਂ ਬਾਰੇ ਕਿੱਦਾਂ ਆਪਾਂ ਰੋਕ ਸਕਦੇ ਆ। ਇਹ ਬਹੁਤ ਵੱਡਾ ਕ੍ਰਾਈਸਿਸ ਹੈ ਜੀ। ਮਿਸਟਰ ਅਮਰਜੋਤ ਸਿੰਘ ਪੂਰੇ ਸਪੋਰਟ ਕਰਦੇ ਨੇ ਇਸ ਚੀਜ਼ ਨੂੰ ਕਿ ਆਪਾਂ ਕਮਿਊਨਿਟੀ ਨੂੰ ਹੋਰ ਅਵੇਅਰ ਕਰੀਏ ਕਿਸ ਤਰ੍ਹਾਂ ਆਪਾਂ ਲਾਈਫ ਬਚਾ ਸਕਦੇ ਨੇ। ਕਿਉਂਕਿ ਆ ਮੌਕਾ ਹੁੰਦਾ ਹੈ ਜਿਸ ਲਈ ਤੁਸੀਂ ਆਪਣੇ ਇਲੈਕਟਿਡ ਰਿਪਰੈਜ਼ੈਂਟੇਟਿਵ ਨਾਲ ਆਪਣੇ ਕੰਸਰਨਸ, ਆਪਣੀਆਂ ਫੀਡਬੈਕ ਔਰ ਆਪਣੇ ਸੁਝਾਅ ਦੇ ਸਕਦੇ ਹੋ। ਆਪਣੀ ਰਾਈਡਿੰਗ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਅਤੇ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਬਾਰਬੀਕਿਊ ਵਧੀਆ ਜ਼ਰੀਆ ਬਣਦਾ ਹੈ। ਇਸ ਲਈ ਕਮਿਊਨਿਟੀ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਵੇਲਜ਼ ਆਫ ਹੰਬਰ ਲਾਈਫ ਹੋਮ ਓਨਰਸ ਐਸੋਸੀਏਸ਼ਨ ਵੱਲੋਂ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਲੋਕਾਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਕੈਨੇਡਾ ਵਿੱਚ ਮਿਲ ਬੈਠਣ ਲਈ ਅਕਸਰ ਹੀ ਬਾਰਬੀਕਿਊਜ਼ ਦਾ ਆਯੋਜਨ ਕੀਤਾ ਜਾਂਦਾ ਹੈ। ਅਜਿਹਾ ਇੱਕ ਉਪਰਾਲਾ ਲਗਾਤਾਰ ਤੀਸਰੇ ਸਾਲ ਵੈਲਿਊ ਆਫ ਹੰਬਰ ਲਾਈਫ ਹੋਮ ਓਨਰਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਇਵੈਂਟ ਦਾ ਆਯੋਜਨ ਲੋਕਾਂ ਵੱਲੋਂ ਆਪਣੇ ਤੌਰ ਤੇ ਕੀਤਾ ਜਾਂਦਾ ਹੈ, ਜਿਸ ਵਿੱਚ ਸਭ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਮੁੱਖ ਪ੍ਰਬੰਧਕ ਜੋਤਵਿੰਦਰ ਸਿੰਘ ਸੋਢੀ ਵੱਲੋਂ ਕਮਿਊਨਿਟੀ ਦੀਆਂ ਸਮੱਸਿਆਵਾਂ ਪਹੁੰਚੇ ਹੋਏ ਸਿਆਸੀ ਲੀਡਰਾਂ ਅੱਗੇ ਵੀ ਰੱਖੀਆਂ ਗਈਆਂ। ਹਰ ਕਮਿਊਨਿਟੀ ਦੇ ਜਿਹੜੇ ਆ ਨੈਸ਼ਨੈਲਿਟੀ ਜਿਹੜੀ ਇੱਥੇ ਪ੍ਰੈਜ਼ੈਂਟ ਸੀਗੀ। ਐਵਰੀਵਨ ਇੰਜੋਇਡ ਇਟ ਵਾਸ ਮਿਊਜ਼ਿਕ, ਬਾਰਬੀਕਿਊ, ਫੇਸ ਪੇਂਟਿੰਗ, ਮਿਊਜ਼ੀਸ਼ੀਅਨ, ਐਵਰੀਥਿੰਗ ਯੂ ਟਾਕ ਅਬਾਊਟ, abundance of food, enjoyment, and whole year we work on local issues। ਚਾਹੇ ਸਾਡੇ ਇੱਥੇ ਘਾਹ ਨਹੀਂ ਕੱਟਿਆ ਜਾਂਦਾ, ਛੋਟੀ ਜੀ ਗੱਲ ਹੈ, ਚਾਹੇ ਸਾਡੇ ਟਰੀਜ਼ ਡਾਈ ਹੋ ਰਹੇ ਆ, ਚਾਹੇ ਸਾਡੀਆਂ ਐਂਟਰੈਂਸ ਦੇ ਉੱਤੇ 6-6 7-7 ਫੁੱਟ ਉੱਪਰ ਵੀਡ ਖੜਾ, ਫੋਟੋਆਂ ਫੇਸਬੁੱਕ ਤੇ ਪਾਉਂਦੇ ਆ। ਬਾਰਬੀਕਿਊ ਦੌਰਾਨ ਬੱਚਿਆਂ ਦੀਆਂ ਖੇਡਾਂ ਖਾਸ ਖਿੱਚ ਦਾ ਕੇਂਦਰ ਰਹੀਆਂ ਤੇ ਸਭ ਦੇ ਖਾਣ ਪੀਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਬੱਚਿਆਂ ਅਤੇ ਫੈਮਿਲੀਜ਼ ਲਈ ਲੱਕੀ ਡਰਾਅ ਵੀ ਇਸ ਮੌਕੇ ਕੱਢੇ ਗਏ। ਹਰ ਇੱਕ ਹਾਜ਼ਰੀਨ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਾਨੂੰ ਜੋਤਵਿੰਦਰ ਸੋਢੀ ਸਾਹਿਬ ਨੇ ਬੁਲਾਇਆ ਸੀਗਾ ਕਿ ਹਾਂ ਵੀ ਤੁਸੀਂ ਆ ਕੇ ਵੇਖੋ ਅਸੀਂ ਕੀ ਕਰਦੇ ਪਏ ਇੱਥੇ। ਅਤੇ ਸ਼ਰਮਿਨ ਵਿਲੀਅਮਸ ਆਈ ਸੀਗੀ ਕਾਉਂਸਲਰ, ਉਹ ਵੀ ਆਪਣੀ ਗੱਲ ਕਰਕੇ ਗਏ ਆ। ਤੇ 9-10 ਵਾਰਡ ਦੇ ਜਿਹੜੇ ਕਾਉਂਸਲਰ ਨੇ ਹਰਕੀਰਤ ਸਿੰਘ ਉਹ ਵੀ ਆਏ ਨੇ, ਐਮਪੀਪੀ ਗੁਰਰਤਨ ਸਿੰਘ ਆਏ ਸੀਗੇ। ਬਾਕੀ ਜਿਹੜੇ ਕੈਂਡੀਡੇਟ ਸੀਗੇ ਇੱਥੋਂ ਦੇ ਲੋਕਲ ਏਰੀਆ ਦੇ ਬ੍ਰੈਂਪਟਨ ਈਸਟ ਦੇ ਉਹ ਵੀ ਹੋ ਕੇ ਗਏ ਆ। ਕਈ ਰਾਜਨੀਤੀਵਾਨਾਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਇਸ ਨੂੰ ਬ੍ਰੈਂਪਟਨ ਦੀ ਸੁੰਦਰਤਾ ਦੱਸਿਆ ਤੇ ਇਸ ਕਦਮ ਦੀ ਸ਼ਲਾਘਾ ਕੀਤੀ। ਤੁਸੀਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਰੌਣਕ ਹੈ, ਬਹੁਤ ਵਧੀਆ ਟਾਈਮ ਹੈ। ਤੇ ਦੇਖ ਲਓ ਇਹ ਬ੍ਰੈਂਪਟਨ ਦਾ ਬਹੁਤ ਵੱਡੀ ਨਿਸ਼ਾਨੀ ਹੈ ਕਿ ਇੱਥੇ ਵੱਖਰੇ ਕਮਿਊਨਿਟੀ ਤੋਂ ਵੱਖਰੇ ਏਰੀਏ ਤੋਂ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਇੱਕ ਵਧੀਆ ਕਮਿਊਨਿਟੀ ਅਸੀਂ ਹੁਣ we're coming together to create a strong community together। ਅੱਜ ਬਹੁਤ ਵਧੀਆ ਇਵੈਂਟ ਪੇਸ਼ ਹੋਇਆ। ਆਰਗੇਨਾਈਜ਼ਰ ਨੇ ਬਹੁਤ ਤਰੱਕੀ ਕੀਤੀ, ਇਸ ਕਰਕੇ ਅਸੀਂ ਸਾਰੇ ਜਣੇ ਇੰਜੋਏ ਕਰਦੇ ਨੇ। ਮੈਂ ਰਹਿੰਦਾ ਬਿਲਕੁਲ ਨਾਲ ਹੀ, ਹਮੇਸ਼ਾ ਜਦੋਂ ਇਹ ਬਾਰਬੀਕਿਊ ਹੁੰਦੇ ਨੇ ਮੈਂ ਚਾਹੁੰਦਾ ਕਿ ਮੈਂ ਨਾਲ ਮੇਰੇ ਨੇਬਰਸ ਨਾਲ ਗੱਲਬਾਤ ਕਰਨ ਦੀ ਮੌਕਾ ਮਿਲ ਜਾਣ। ਇਹ ਬਾਰਬੀਕਿਊ ਸੱਚਮੁੱਚ ਹੀ ਕੈਨੇਡਾ ਦੇ ਮਲਟੀਕਲਚਰਲਿਜ਼ਮ ਦੀ ਤਸਵੀਰ ਪੇਸ਼ ਕਰ ਰਿਹਾ ਸੀ, ਜਿਸ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਲੋਕਾਂ ਨੇ ਹਾਜ਼ਰੀ ਭਰੀ। ਅਜਿਹੇ ਸਮਾਗਮਾਂ ਸਦਕਾ ਆਪਸੀ ਮਿਲਵਰਤਨ ਵੱਧਦਾ ਹੈ। ਰੁਕਾਂਗੇ ਇੱਕ ਵਾਰ ਫਿਰ ਇੱਥੇ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਸਰਗਰਮੀਆਂ ਦਾ ਸਿਲਸਿਲਾ ਜਾਰੀ ਰਹੇਗਾ।
ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰ ਮੁੜ ਤੋਂ ਸਵਾਗਤ ਹੈ। ਅਸੀਸ ਮੰਚ ਟੋਰਾਂਟੋ ਵੱਲੋਂ ਸਾਲਾਨਾ ਅਵਾਰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉੱਘੇ ਸਾਹਿਤਕਾਰਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਸਾਲ ਦਾ ਅਵਾਰਡ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਗਿਆ। ਪੰਜਾਬੀ ਦੇ ਕਈ ਉੱਘੇ ਸਾਹਿਤਕਾਰ ਕੈਨੇਡਾ ਵਿੱਚ ਵਸਦੇ ਹਨ, ਜਿਨ੍ਹਾਂ ਵੱਲੋਂ ਸਾਹਿਤਕ ਸੰਸਥਾਵਾਂ ਬਣਾ ਕੇ ਪੰਜਾਬੀ ਜ਼ੁਬਾਨ ਅਤੇ ਸਾਹਿਤ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਪਰ ਉੱਘੇ ਕਲਮਕਾਰਾਂ ਦੀ ਹੌਸਲਾ ਅਫਜ਼ਾਈ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਨਵੇਕਲਾ ਉਪਰਾਲਾ ਅਸੀਸ ਮੰਚ ਟੋਰਾਂਟੋ ਵੱਲੋਂ ਮਾਤਾ ਨਿਰੰਜਨ ਕੌਰ ਅਵਾਰਡਸ ਦੇ ਕੇ ਕੀਤਾ ਜਾਂਦਾ ਹੈ। ਇਸ ਸਾਲ ਦਾ ਅਵਾਰਡ ਕਹਾਣੀਕਾਰ ਕੁਲਜੀਤ ਮਾਨ ਹੋਰਾਂ ਨੂੰ ਦਿੱਤਾ ਗਿਆ, ਜਿੱਥੇ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਦਾ ਮੰਤਵ ਵੀ ਸਭ ਨੂੰ ਦੱਸਿਆ ਗਿਆ। ਜੀ ਸਾਰਿਆਂ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਮੀਡੀਆ ਦਾ, ਜਿਨ੍ਹਾਂ ਨੇ ਕਿ ਸਾਡੀ ਜਿਹੜੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਉਹਨੂੰ ਘਰ ਘਰ ਪਹੁੰਚਾਇਆ। ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਸੀਸ ਮੰਚ ਟੋਰਾਂਟੋ ਵੱਲੋਂ ਜਿਹੜਾ ਇਹ ਅਹਿਸਾਸ ਨਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਕਿ ਬਹੁਤ ਹੀ ਸੁਲਝੀ ਹੋਈ ਜਿਹੜੀ ਤੁਸੀਂ ਗਾਇਕੀ ਉਹਨੂੰ ਸੁਣੋਗੇ। ਤੇ ਜਿਹੜਾ ਅੱਜ ਪ੍ਰੋਗਰਾਮ ਦੇ ਵਿੱਚ ਅਵਾਰਡ ਦੇ ਰਹੇ ਨੇ ਉਹ ਕੁਲਜੀਤ ਮਾਨ ਜੀ, ਨਾਵਲਕਾਰ ਜੋ ਕਿ ਕਹਾਣੀਕਾਰ ਨੇ, ਨਾਵਲਕਾਰ ਨੇ, ਬਹੁਤ ਹੀ ਵਧੀਆ ਲਿਖਦੇ ਨੇ, ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ। ਇਸ ਦੇ ਵਿੱਚ ਜਿੱਥੇ ਸ਼ਾਇਰ ਨੇ, ਸ਼ਾਇਰਾਂ ਦੇ ਨਾਲ ਨਾਲ ਗਾਇਕੀ ਹੋਏਗੀ, ਜਿਸ ਦੇ ਵਿੱਚ ਬੜੇ ਮਸ਼ਹੂਰ ਗਾਇਕ ਇੱਥੋਂ ਟੋਰਾਂਟੋ ਦੇ ਇਕਬਾਲ ਬਰਾੜ ਜੀ ਤੇ ਸੁਖਦੇਵ ਸੁਖ ਜੀ, ਰਿੰਟੂ ਭਾਟੀਆ ਜੀ ਤੇ ਕੁਝ ਚੀਜ਼ਾਂ ਮੈਂ ਤੁਹਾਡੀ ਨਜ਼ਰ ਕਰੂੰਗਾ। ਅਵਾਰਡ ਸਮਾਰੋਹ ਦੌਰਾਨ ਸੰਗੀਤਕ ਮਹਿਫਿਲ ਵੀ ਸਜਾਈ ਗਈ, ਜਿਸ ਵਿੱਚ ਨਾਮਵਰ ਗਾਇਕਾਂ ਅਤੇ ਸਾਹਿਤਕਾਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਅਸੀਸ ਮੰਚ ਟੋਰਾਂਟੋ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ ਤੇ ਸਮਾਗਮਾਂ ਦੀ ਰੂਪਰੇਖਾ ਤੇ ਚਾਨਣਾ ਪਾਇਆ। ਨਿਊਯਾਰਕ ਤੋਂ ਸਪੈਸ਼ਲ ਸੱਦੇ ਤੇ ਇਹਨਾਂ ਦੇ ਪਿਆਰ ਨਾਲ, ਬੜੇ ਪਿਆਰ ਨਾਲ ਬੁਲਾਇਆ ਤੇ ਕੱਲ 9 ਵਜੇ ਪਤਾ ਲੱਗਾ ਸੀ ਤੇ ਵੈਸੇ ਮੈਂ ਇੰਡੀਆ ਤੋਂ ਹੋਇਆ, ਹਫ਼ਤਾ ਹੋਇਆ ਤੇ ਅਚਾਨਕ ਹੀ ਫਿਰ ਇਹਨਾਂ ਨੇ ਦੱਸਿਆ ਪਤਾ ਗੱਲਾਂ ਵੀ ਜ਼ਰੂਰ ਆਓ, ਤੇ ਇਸ ਕਰਕੇ ਜਲਦੀ ਟਿਕਟ ਲੈ ਕੇ ਇਹਨਾਂ ਦੇ ਦਰਸ਼ਨ ਕਰਨ ਜ਼ਰੂਰ ਆਏ ਆ। ਔਰ ਅੱਛਾ ਲੱਗ ਰਿਹਾ, ਬਹੁਤ ਵਧੀਆ ਪ੍ਰੋਗਰਾਮ ਕਰਾ ਰਿਹਾ। ਔਰ ਪੰਜਾਬੀ ਨੂੰ ਜਿੰਦਾ ਰੱਖਣ ਦੇ ਲਈ ਔਰ ਸਾਹਿਤ ਨੂੰ ਜਿੰਦਾ ਰੱਖਣ ਦੇ ਲਈ ਬੜੇ ਵਧੀਆ ਉਪਰਾਲੇ ਹੋ ਰਹੇ ਆ ਤੇ ਅੱਛੇ ਹੋਣੇ ਚਾਹੀਦੇ। ਇਸ ਤਰ੍ਹਾਂ ਦੇ ਉਪਰਾਲੇ ਆਗਾਮੀ ਹੋਣੇ ਚਾਹੀਦੇ, ਜਿਹਦੇ ਨਾਲ ਸਾਡੇ ਬੱਚੇ ਅੱਗੇ ਜਾ ਕੇ ਪੰਜਾਬੀ ਨਾਲ ਜੁੜੇ ਰਹਿਣ। ਪੰਜਾਬੀਅਤ ਨੂੰ ਕੈਨੇਡਾ ਵਿੱਚ ਸੰਭਾਲਣ ਲਈ ਪੰਜਾਬੀ ਜ਼ੁਬਾਨ ਅਤੇ ਸਾਹਿਤ ਦੀ ਸੰਭਾਲ ਬਹੁਤ ਜ਼ਰੂਰੀ ਹੈ, ਜਿਸ ਵਿੱਚ ਅਜਿਹੇ ਸਮਾਗਮ ਸ਼ਲਾਘਾਯੋਗ ਯੋਗਦਾਨ ਪਾਉਂਦੇ ਹਨ। ਇਸ ਸਦਕਾ ਸਾਹਿਤਕਾਰਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਉਹ ਹੋਰ ਦ੍ਰਿੜਤਾ ਦੇ ਨਾਲ ਆਪਣਾ ਕਾਰਜ ਕਰਦੇ ਹਨ। ਅੱਜ ਦੇ ਪ੍ਰੋਗਰਾਮ ਕੈਨੇਡਾ ਕਨੈਕਸ਼ਨ ਵਿੱਚ ਫਿਲਹਾਲ ਇੰਨਾ ਹੀ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਤਾਜ਼ੀਆਂ ਸਰਗਰਮੀਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।